ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਖਬਰਾਂ ਦੇ ਬੁਲੇਟਿਨ ਦੇ ਵਿੱਚ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰਸ ਨੇ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਲਈ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 9163209444। ਪੇਸ਼ ਨੇ ਚੋਣਵੀਆਂ ਖਬਰਾਂ। ਬਾਈਡਨ ਨੇ ਕਤਲ ਦੀ ਦੋਸ਼ੀ ਔਰਤ 5 ਹੋਰਾਂ ਨੂੰ ਨਸ਼ੀਲੇ ਪਦਾਰਥਾਂ ਅਲਕੋਹਲ ਨਾਲ ਸੰਬੰਧਿਤ ਅਪਰਾਧਾਂ ਲਈ ਮੁਆਫ ਕੀਤਾ। ਚੀਨ ਸਾਡੇ ਨਾਲ ਕਰੋਨਾ ਬਾਰੇ ਸਾਰੇ ਅੰਕੜੇ ਸਾਂਝੇ ਕਰੇ, ਵਿਸ਼ਵ ਸਿਹਤ ਸੰਗਠਨ। ਬਜਟ 2023 ਤੋਂ ਪਹਿਲਾਂ PM ਮੋਦੀ ਕੈਬਨਿਟ ਦਾ ਹੋਵੇਗਾ ਵਿਸਤਾਰ, ਨਵੇਂ ਚਿਹਰਿਆਂ ਨੂੰ ਮਿਲੇਗੀ ਜਗ੍ਹਾ। ਓਮਿਕਰੋਨ ਦੇ ਖਤਰਨਾਕ ਸਬ ਵੇਰੀਐਂਟ XBB.1.5 ਨੇ ਦਿੱਤੀ ਭਾਰਤ ਵਿੱਚ ਦਸਤਕ, ਗੁਜਰਾਤ ਵਿੱਚ ਮਿਲਿਆ ਪਹਿਲਾ ਮਾਮਲਾ। ਉਜ਼ਬੇਕਿਸਤਾਨ ਕਫ ਸਿਰਫ ਖਿਲਾਫ ਵੱਡਾ ਐਕਸ਼ਨ, ਕੇਂਦਰੀ ਸਿਹਤ ਮੰਤਰੀ ਨੇ ਪੂਰਾ ਪ੍ਰੋਡਕਸ਼ਨ ਬੰਦ ਕਰਨ ਦੇ ਦਿੱਤੇ ਹੁਕਮ। ਰਿਜ਼ਰਵ ਬੈਂਕ ਆਫ ਇੰਡੀਆ ਨੇ ਰਾਜਾਂ ਦੇ ਵੱਧਦੇ ਸਬਸਿਡੀ ਬਿੱਲ ਨੂੰ ਲੈ ਕੇ ਜਤਾਈ ਚਿੰਤਾ। SYL ਮੁੱਦੇ ਤੇ ਕੇਂਦਰੀ ਮੰਤਰੀ ਸ਼ੇਖਾਵਤ ਨੇ 4 ਜਨਵਰੀ ਨੂੰ ਬੁਲਾਈ CM ਮਾਨ ਤੇ ਖੱਟਰ ਦੀ ਬੈਠਕ। ਨਵੇਂ ਸਾਲ ਮੌਕੇ ਪੰਜਾਬ ਪੁਲਿਸ ਅਲਰਟ, SSP ਅਤੇ CP ਨੇ ਸੁਰੱਖਿਆ ਪ੍ਰਬੰਧ ਕੀਤੇ ਮਜ਼ਬੂਤ। ਕੱਦਾਵਰ ਸਿਆਸੀ ਆਗੂਆਂ ਨੂੰ ਹਮੇਸ਼ਾ ਯਾਦ ਰਹੇਗਾ ਸਾਲ 2022। ਸੜਕ ਹਾਦਸਿਆਂ ਦੇ ਮੁਆਵਜ਼ੇ ਦਾ ਹੋਵੇਗਾ ਛੇਤੀ ਨਿਬੇੜਾ। ਵਕੀਲਾਂ ਦੀ ਘਾਟ ਕਾਰਨ 63 ਲੱਖ ਤੋਂ ਵੱਧ ਕੇਸ ਲਟਕੇ। ਸਕਾਟਲੈਂਡ ਵਿੱਚ ਬਣੇਗਾ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਭਾਰਤੀ ਫੌਜੀਆਂ ਦਾ ਯਾਦਗਾਰ। ਹੁਣ ਖਬਰਾਂ ਵਿਸਥਾਰ ਦੇ ਵਿੱਚ। ਰਾਸ਼ਟਰਪਤੀ ਬਾਈਡਨ ਨੇ ਸ਼ੁੱਕਰਵਾਰ ਨੂੰ ਉਹਨਾਂ 6 ਵਿਅਕਤੀਆਂ ਨੂੰ ਪੂਰੀ ਮੁਆਫੀ ਦਿੱਤੀ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕੀਤੀ ਹੈ ਅਤੇ ਉਸ ਤੋਂ ਬਾਅਦ ਆਪਣੇ ਭਾਈਚਾਰਿਆਂ ਦੇ ਮਹੱਤਵਪੂਰਨ ਮੈਂਬਰ ਬਣਨ ਲਈ ਆਪਣੀ ਜ਼ਿੰਦਗੀ ਨੂੰ ਮੋੜ ਦਿੱਤਾ ਹੈ। ਮੁਆਫ ਕੀਤੇ ਗਏ ਲੋਕਾਂ ਵਿੱਚ ਘਰੇਲੂ ਸ਼ੋਸ਼ਣ ਤੋਂ ਬਚਣ ਵਾਲੀ ਇੱਕ ਵਿਅਕਤੀ ਨੂੰ ਉਸ ਦੇ ਪਤੀ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਹੈ ਅਤੇ 5 ਹੋਰ ਜਿਨ੍ਹਾਂ ਨੇ ਡਰੱਗ ਅਤੇ ਅਲਕੋਹਲ ਨਾਲ ਸੰਬੰਧਿਤ ਦੋਸ਼ਾਂ ਲਈ ਸਜ਼ਾ ਕੱਟੀ ਹੈ। ਬਾਈਡਨ ਨੇ ਪਹਿਲਾਂ ਅਮਰੀਕਾ ਨੂੰ ਕਾਨੂੰਨਾਂ ਅਤੇ ਦੂਜੀ ਸੰਭਾਵਨਾਵਾਂ, ਛੁਟਕਾਰਾ ਅਤੇ ਮੁੜ ਵਸੇਬੇ ਦਾ ਦੇਸ਼ ਦੱਸਿਆ। ਉਸ ਨੇ ਉਹਨਾਂ ਵਿਅਕਤੀਆਂ ਨੂੰ ਮੁਆਫ ਕਰਨ ਲਈ ਆਪਣੀ ਵਚਨਬੱਧਤਾ ਦੱਸੀ ਹੈ ਜਿਨ੍ਹਾਂ ਨੇ ਆਪਣੇ ਪੁਨਰਵਾਸ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਆਪਣੇ ਭਾਈਚਾਰਿਆਂ ਦੀ ਸੇਵਾ ਕੀਤੀ ਹੈ। ਅਜਿਹਾ ਹੀ ਮਾਮਲਾ 80 ਸਾਲਾ ਬੇਵਰਲੀ ਐਨ ਇਬਨ ਤਮਸ ਦਾ ਹੈ ਜਿਸ ਨੂੰ 1976 ਵਿੱਚ ਆਪਣੇ ਪਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ ਜਦੋਂ ਉਹ 33 ਸਾਲਾਂ ਦੀ ਸੀ। ਇਬਨ ਤਮਸ ਜੋ ਉਸ ਸਮੇਂ ਗਰਭਵਤੀ ਸੀ, ਉਸ ਨੇ ਗਵਾਹੀ ਦਿੱਤੀ ਸੀ ਕਿ ਉਸ ਦੇ ਪਤੀ ਨੇ ਉਸ ਦਾ ਸਰੀਰਕ ਅਤੇ ਜ਼ੁਬਾਨੀ ਦੁਰਵਿਵਹਾਰ ਕੀਤਾ ਅਤੇ ਉਸ ਨੂੰ ਧਮਕੀ ਦਿੱਤੀ। ਉਸ ਨੇ ਗਵਾਹੀ ਦਿੱਤੀ ਕਿ ਉਸ ਨੇ ਉਸ ਨੂੰ ਗੋਲੀ ਮਾਰਨ ਤੋਂ ਪਹਿਲਾਂ ਦੇ ਪਲਾਂ ਵਿੱਚ ਉਸ ਤੇ ਹਮਲਾ ਕੀਤਾ ਸੀ ਅਤੇ ਉਸ ਨੂੰ ਸਮੇਂ ਲਈ ਕ੍ਰੈਡਿਟ ਦੇ ਨਾਲ 1 ਤੋਂ 5 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਸੀ। ਆਪਣੀ ਸਜ਼ਾ ਭੁਗਤਣ ਤੋਂ ਬਾਅਦ ਇਬਨ ਤਮਾਸ ਅਸਤੀਫਾ ਦੇਣ ਤੋਂ ਪਹਿਲਾਂ ਓਹਾਇਓ ਅਦਾਲਤ ਸਿਹਤ ਸੰਭਾਲ ਕਾਰੋਬਾਰ ਲਈ ਨਰਸਿੰਗ ਦੀ ਡਾਇਰੈਕਟਰ ਬਣ ਗਈ ਅਤੇ ਉੱਥੇ ਇੱਕ ਕੇਸ ਮੈਨੇਜਰ ਵਜੋਂ ਕੰਮ ਕਰਨਾ ਜਾਰੀ ਰੱਖਿਆ। ਮੁਆਫ ਕੀਤੇ ਗਏ ਹੋਰਨਾਂ ਵਿੱਚ ਗੈਰੀ ਪਾਰਕ ਡੇਵਿਸ 66 ਸਾਲ ਸ਼ਾਮਿਲ ਨੇ ਜਿਸ ਨੇ ਗੈਰ ਕਾਨੂੰਨੀ ਕੋਕੇਨ ਲੈਣ ਦੇਣ ਲਈ ਟੈਲੀਫੋਨ ਦੀ ਵਰਤੋਂ ਕਰਨ ਲਈ 6 ਮਹੀਨੇ ਦੀ ਸਜ਼ਾ ਕੱਟੀ ਸੀ। ਐਡਵਰਡ ਲਿੰਕਨ ਡੀ ਕੋਏਟੋ 3rd 50 ਸਾਲ ਉਮਰ ਜਿਸ ਨੇ ਮਾਰਜੁਆਨਾ ਦੀ ਤਸਕਰੀ ਲਈ 2 ਸਾਲ ਤੋਂ ਘੱਟ ਸਮੇਂ ਦੀ ਸੇਵਾ ਕੀਤੀ। ਵਿਨਸੈਂਟ ਰੇ ਫਲੋਰਸ ਉਮਰ 37 ਸਾਲ ਜਿਸ ਨੇ ਫੌਜ ਵਿੱਚ ਸੇਵਾ ਕਰਦੇ ਸਮੇਂ ਆਨੰਦ ਦੀ ਵਰਤੋਂ ਕਰਨ ਅਤੇ ਸ਼ਰਾਬ ਪੀਣ ਦਾ ਦੋਸ਼ੀ ਮੰਨਿਆ ਅਤੇ ਉਸ ਨੂੰ 4 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਜੁਰਮਾਨਾ ਅਦਾ ਕੀਤਾ ਗਿਆ। ਚਾਰਲੀ ਬਾਇਰਨੇਸ ਜੈਕਸਨ ਉਮਰ 77 ਸਾਲ ਜਿਸ ਨੇ 18 ਸਾਲ ਦੀ ਉਮਰ ਵਿੱਚ ਗੈਰ ਕਾਨੂੰਨੀ ਤੌਰ ਤੇ ਵਿਸਕੀ ਵੇਚੀ ਸੀ ਅਤੇ ਉਸ ਨੂੰ 5 ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਸੀ ਅਤੇ ਜੌਨ ਡਿਕਸ ਨੌਕ 3rd ਉਮਰ 72 ਸਾਲ ਜਿਸ ਨੇ 27 ਸਾਲ ਪਹਿਲਾਂ ਮਾਰਜੁਆਨਾ ਦੇ ਅਪਰਾਧ ਲਈ 6 ਮਹੀਨਿਆਂ ਦੀ ਕਮਿਊਨਿਟੀ ਕੈਦ ਦੀ ਸੇਵਾ ਕੀਤੀ ਸੀ। ਚੀਨ ਵੱਲੋਂ ਆਪਣੀ ਜ਼ੀਰੋ ਕੋਵਿਡ ਨੀਤੀ ਵਿੱਚ ਢਿੱਲ ਦੇਣ ਬਾਅਦ ਦੇਸ਼ ਵਿੱਚ ਪੋਜ਼ਿਟਿਵ ਲੋਕਾਂ ਦੀ ਗਿਣਤੀ ਵਿੱਚ ਭਾਰੀ ਵਾਧੇ ਦੀ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ WHO ਨੇ ਮੁੜ ਪੇਸ਼ਿੰਗ ਨੂੰ ਲੌਗ ਨਾਲ ਸੰਬੰਧਿਤ ਅਸਲ ਡਾਟਾ ਸਾਂਝਾ ਕਰਨ ਦੀ ਬੇਨਤੀ ਕੀਤੀ ਹੈ।
ਕੌਮਾਂਤਰੀ ਸਿਹਤ ਏਜੰਸੀ ਨੇ ਚੀਨੀ ਸਿਹਤ ਅਧਿਕਾਰੀਆਂ ਨੂੰ ਕੋਵਿਡ ਟੈਸਟਾਂ, ਕੋਵਿਡ-19 ਕਾਰਨ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ, ਮੌਤਾਂ ਅਤੇ ਟੀਕਿਆਂ ਬਾਰੇ ਡਾਟਾ ਸਾਂਝਾ ਕਰਨ ਲਈ ਕਿਹਾ ਹੈ। ਚੀਨ ਨੇ ਅਮਰੀਕਾ ਵਿੱਚ ਆਪਣੇ ਰਾਜਦੂਤ ਚਿਨ ਗੋਂਗ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ, ਜੋ ਵਾਂਗ ਯੀ ਦੀ ਜਗ੍ਹਾ ਲੈਣਗੇ। ਮੌਜੂਦਾ ਵਿਦੇਸ਼ ਮੰਤਰੀ ਵਾਂਗ ਯੀ ਉਮਰ 59 ਸਾਲ ਨੂੰ ਤਰੱਕੀ ਦੇ ਕੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸਿਆਸੀ ਬਿਊਰੋ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਉਹ ਦੇਸ਼ ਦੇ ਚੋਟੀ ਦੇ ਡਿਪਲੋਮੈਟ ਬਣ ਗਏ ਨੇ। ਬਿਊਰੋ ਨੀਤੀਗਤ ਮਾਮਲਿਆਂ ਵਿੱਚ ਪਾਰਟੀ ਦੀ ਸਿਖਰਲੀ ਸੰਸਥਾ ਹੈ। ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ 56 ਸਾਲਾ ਚਿਨ ਇਹ ਅਹੁਦਾ ਕਦੋਂ ਸੰਭਾਲਣਗੇ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਤੇ ਸਹਾਇਕ ਵਿਦੇਸ਼ ਮੰਤਰੀ ਹੁਆ ਚੁਇੰਗ ਨੇ ਟਵੀਟ ਕੀਤਾ, ਚੀਨ ਦਾ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤੇ ਜਾਣ ਤੇ ਚਿਨ ਗੋਂਗ ਨੂੰ ਵਧਾਈ। ਚੀਨ ਦੀ ਕੂਟਨੀਤੀ ਵਿੱਚ ਇੱਕ ਸ਼ਾਨਦਾਰ ਨਵੇਂ ਅਧਿਆਇ ਦੀ ਉਮੀਦ ਹੈ। ਇਹ ਐਲਾਨ ਹੈਰਾਨੀਜਨਕ ਹੈ ਕਿਉਂਕਿ ਅਗਲੇ ਸਾਲ 5 ਮਾਰਚ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਾਲਾਨਾ ਸੈਸ਼ਨ ਦੌਰਾਨ ਨਵੇਂ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਨਵਾਂ ਪ੍ਰਸ਼ਾਸਨ ਅਹੁਦਾ ਸੰਭਾਲੇਗਾ। ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਛੱਡ ਕੇ ਸਾਰੇ ਉੱਚ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਸੰਸਦ ਸੈਸ਼ਨ ਦੌਰਾਨ ਬਦਲਿਆ ਜਾਵੇਗਾ। ਬਜਟ ਸੈਸ਼ਨ 2023 ਦੇ ਕੁਝ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਦੇ ਵਿਸਤਾਰ ਤੇ ਫੇਰ ਬਦਲ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਨੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੀਐਮ ਮੋਦੀ ਮਕਰ ਸੰਕ੍ਰਾਂਤੀ 14 ਜਨਵਰੀ ਤੇ ਬਜਟ ਸੈਸ਼ਨ ਦੀ ਸ਼ੁਰੂਆਤ ਦੇ ਵਿੱਚ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕਰ ਸਕਦੇ ਨੇ। ਇਸ ਵਾਰ ਨਵੇਂ ਚਿਹਰਿਆਂ ਨੂੰ ਵੀ ਮੋਦੀ ਕੈਬਨਿਟ ਵਿੱਚ ਜਗ੍ਹਾ ਮਿਲ ਸਕਦੀ ਹੈ। ਪਾਰਟੀ ਦੇ ਕੌਮੀ ਮੁਖੀ ਜੇਪੀ ਨੱਡਾ ਦਾ ਕਾਰਜਕਾਲ 20 ਜਨਵਰੀ ਨੂੰ ਖਤਮ ਹੋ ਰਿਹਾ ਹੈ। ਇਸ ਤੋਂ ਇਲਾਵਾ ਪਾਰਟੀ ਜਨਵਰੀ ਵਿੱਚ ਆਪਣੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵੀ ਕਰੇਗੀ ਅਤੇ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੇ ਕੁਝ ਸੰਸਦਾਂ ਨੂੰ ਨਵੀਂ ਕੈਬਨਿਟ ਵਿੱਚ ਜਗ੍ਹਾ ਮਿਲ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਵਿਸਤਾਰ ਵਿੱਚ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ। ਅਗਲੇ ਸਾਲ 9 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਲੋਕ ਸਭਾ ਚੋਣਾਂ 2024 ਵਿੱਚ ਹੋਣੀਆਂ ਨੇ। ਕੁਝ ਮੰਤਰੀਆਂ ਨੂੰ ਉਹਨਾਂ ਦੇ ਪ੍ਰਦਰਸ਼ਨ ਦੇ ਆਧਾਰ ਤੇ ਵੀ ਹਟਾਇਆ ਜਾ ਸਕਦਾ ਹੈ। ਮੋਦੀ 2.0 ਕੈਬਨਿਟ ਵਿੱਚ ਆਖਰੀ ਵਾਰ ਫੇਰ ਬਦਲ 7 ਜੁਲਾਈ 2021 ਨੂੰ ਹੋਇਆ ਸੀ, ਜਿਸ ਵਿੱਚ ਮੁੱਖ ਨਾਵਾਂ ਸਣੇ 12 ਮੰਤਰੀਆਂ ਨੂੰ ਹਟਾਇਆ ਗਿਆ ਸੀ। 2023 ਸਾਰੀਆਂ ਸਿਆਸੀ ਪਾਰਟੀਆਂ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਆਉਣ ਵਾਲੇ ਸਾਲ ਵਿੱਚ 9 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਇਸ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਵੀ ਸ਼ਾਮਿਲ ਨੇ। ਇਹ ਚੋਣਾਂ ਇਸ ਲਈ ਵੀ ਜ਼ਿਆਦਾ ਮਹੱਤਵ ਰੱਖਦੀਆਂ ਨੇ ਕਿਉਂਕਿ ਇਸ ਦੇ ਅਗਲੇ ਸਾਲ 2024 ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ। ਭਾਜਪਾ ਨੇ ਇਸ ਸਾਲ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਹੁਣ ਭਾਜਪਾ ਦੀ ਨਜ਼ਰ ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤੇਲੰਗਾਨਾ, ਕਰਨਾਟਕ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਹੋਣ ਵਾਲੀਆਂ ਚੋਣਾਂ ਤੇ ਹੈ। ਭਾਰਤ ਵਿੱਚ ਨਵੇਂ ਸਾਲ ਦੇ ਜਸ਼ਨਾਂ ਦੀਆਂ ਤਿਆਰੀਆਂ ਦਰਮਿਆਨ ਓਮਿਕਰੋਨ ਦੇ ਨਵੇਂ ਸਬ ਵੇਰੀਐਂਟ XBB.1.5 ਨੇ ਵੀ ਦਸਤਕ ਦੇ ਦਿੱਤੀ ਹੈ। ਭਾਰਤੀ SARS-CoV-2 ਜੀਨੋਮਿਕਸ ਕੰਸੋਰਟੀਅਮ INSACOG ਦੇ ਅੰਕੜਿਆਂ ਅਨੁਸਾਰ ਓਮਿਕਰੋਨ ਦੇ XBB.1.5 ਉਪਵਰਗ ਨੇ ਦਸੰਬਰ ਵਿੱਚ ਹੀ ਭਾਰਤ ਤੇ ਹਮਲਾ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਵੇਰੀਐਂਟ ਦਾ ਪਹਿਲਾ ਮਾਮਲਾ ਗੁਜਰਾਤ ਵਿੱਚ ਪਾਇਆ ਗਿਆ ਹੈ। ਇਸ ਵੇਰੀਐਂਟ ਦੇ ਜ਼ਿਆਦਾਤਰ ਮਾਮਲੇ ਅਮਰੀਕਾ ਵਿੱਚ ਆ ਰਹੇ ਨੇ। ਓਮਿਕਰੋਨ ਦਾ ਨਵਾਂ ਸਬ ਵੇਰੀਐਂਟ ਕੋਰੋਨਾ ਦੇ ਨਵੇਂ ਵੇਰੀਐਂਟ BF.7 ਵਿਚਕਾਰ ਤਣਾਅ ਵਧਾਉਣ ਜਾ ਰਿਹਾ ਹੈ। ਦੱਸ ਦਈਏ ਕਿ XBB.1.5 ਓਮਿਕਰੋਨ ਦਾ ਇੱਕ ਉਪਵਰਗ ਹੈ ਜਿਸ ਨੂੰ ਅੰਤਰਰਾਸ਼ਟਰੀ ਵਿਗਿਆਨੀਆਂ ਨੇ ਨਿਊਯਾਰਕ ਵਿੱਚ ਕੋਵਿਡ ਕੇਸਾਂ ਲਈ ਜ਼ਿੰਮੇਵਾਰ ਠਹਿਰਾਇਆ। XBB ਰੂਪ BA.2.10.1 ਅਤੇ BA.2.75 ਨਾਲ ਬਣਿਆ ਹੈ। ਭਾਰਤ ਤੋਂ ਇਲਾਵਾ ਇਹ ਦੁਨੀਆ ਦੇ 34 ਹੋਰ ਦੇਸ਼ਾਂ ਵਿੱਚ ਵੀ ਫੈਲਿਆ ਹੋਇਆ ਹੈ। ਭਾਰਤ ਵਿੱਚ ਗੁਜਰਾਤ ਅਤੇ ਓਡੀਸ਼ਾ ਵਿੱਚ BF.7 ਦੇ ਕੇਸ ਪਾਏ ਗਏ ਨੇ। ਗੁਜਰਾਤ ਵਿੱਚ BF.7 ਤੋਂ ਪੀੜਿਤ ਕਰੋਨਾ ਮਰੀਜ਼ਾਂ ਦੇ ਨਮੂਨਿਆਂ ਦੀ ਜੀਨੋਮ ਸੀਕੁਐਂਸਿੰਗ ਤੋਂ ਬਾਅਦ ਓਮਿਕਰੋਨ ਦੇ XBB.1.5 ਵੇਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ। ਮਹਾਰਾਸ਼ਟਰ ਦੇ ਨਿਗਰਾਨੀ ਅਧਿਕਾਰੀ ਡਾਕਟਰ ਪ੍ਰਦੀਪ ਆਵਟੇ ਨੇ ਦੱਸਿਆ ਕਿ ਵਾਇਰਸ ਦੇ ਜੈਨੇਟਿਕ ਤੇ ਨਜ਼ਰ ਰੱਖੀ ਜਾ ਰਹੀ ਹੈ। ਰਾਜ 100% ਜੀਨੋਮਿਕ ਸੀਕੁਐਂਸਿੰਗ ਕਰ ਰਿਹਾ ਹੈ, ਜਦੋਂ ਕਿ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਦੀ ਥਰਮਲ ਸਕਰੀਨਿੰਗ ਅਤੇ 2% ਬੇਤਰਤੀਬੇ ਨਮੂਨੇ ਵੀ ਸ਼ੁਰੂ ਹੋ ਗਏ ਨੇ। ਇਸ ਤੋਂ ਬਾਅਦ ਪੋਜ਼ਿਟਿਵ ਨਮੂਨੇ ਨੂੰ ਜੀਨੋਮ ਸੀਕੁਐਂਸਿੰਗ ਲਈ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ, ਸਾਡੇ ਕੋਲ ਮਹਾਰਾਸ਼ਟਰ ਵਿੱਚ XBB ਸਬ ਵੇਰੀਐਂਟ ਦੇ 275 ਤੋਂ ਵੱਧ ਮਾਮਲੇ ਆਏ ਨੇ। ਉਜ਼ਬੇਕਿਸਤਾਨ ਵਿੱਚ ਭਾਰਤੀ ਕਫ ਸਿਰਪ ਨਾਲ ਬੱਚਿਆਂ ਦੀ ਮੌਤ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਕੇਂਦਰੀ ਸਿਹਤ ਮੰਤਰਾਲੇ ਇਸ ਪੂਰੇ ਮਾਮਲੇ ਉੱਤੇ ਆਪਣੀ ਨਜ਼ਰ ਬਣਾਏ ਹੋਏ ਨੇ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵਿੱਟਰ ਜ਼ਰੀਏ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਨੇ ਖਾਂਸੀ ਦੀ ਦਵਾਈ ਡਾਕ-1 ਮੈਕਸ ਵਿੱਚ ਅਸ਼ੁੱਧੀ ਦੀ ਰਿਪੋਰਟ ਦੇ ਮੱਦੇਨਜ਼ਰ ਮੈਰੀਅਨ ਬਾਇਓਟੈਕ ਦੀਆਂ ਸਾਰੀਆਂ ਦਵਾਈਆਂ ਦੇ ਉਤਪਾਦਨ ਨੂੰ 29 ਸਤੰਬਰ ਰਾਤ ਤੋਂ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ। ਇਹ ਫੈਸਲਾ ਪਲਾਂਟ ਦੇ ਨਿਰੀਖਣ ਤੋਂ ਬਾਅਦ ਲਿਆ ਗਿਆ ਸੀ ਤੇ ਇਸ ਦੀ ਜਾਂਚ ਅੱਜ 30 ਦਸੰਬਰ ਅੱਧੀ ਰਾਤ ਵਿੱਚ ਵੀ ਕੀਤੀ ਗਈ। ਮੈਰੀਅਨ ਬਾਇਓਟੈਕ ਦੇ ਪਲਾਂਟ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੇਂਦਰੀ ਡਰੱਗ ਰੈਗੂਲੇਟਰ ਅਤੇ ਯੂਪੀ ਦੇ ਡਰੱਗ ਰੈਗੂਲੇਟਰ ਦੀ ਜਾਂਚ ਦੇ ਆਧਾਰ ਤੇ ਲਿਆ ਗਿਆ। ਇੱਕ ਕੇਂਦਰੀ ਡਰੱਗ ਰੈਗੂਲੇਟਰ ਨੇ ਕਿਹਾ ਕਿ ਜਾਂਚ ਦੀ ਰਿਪੋਰਟ ਦੇ ਆਧਾਰ ਤੇ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ। ਕੰਪਨੀ ਨੂੰ ਦੱਸਣਾ ਹੋਵੇਗਾ ਕਿ ਜੀਐਮਪੀ ਨਿਯਮਾਂ ਪ੍ਰਤੀ ਉਹਨਾਂ ਦਾ ਰਵੱਈਆ ਕੀ ਹੈ। ਜੀਐਮਪੀ ਦਾ ਮਤਲਬ ਹੈ ਕਿ ਉਤਪਾਦਨ ਦੇ ਸੰਬੰਧ ਵਿੱਚ ਕਿਹੜੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਕੰਪਨੀ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ ਜਾਂ ਨਹੀਂ। ਉਹਨਾਂ ਦੱਸਿਆ ਕਿ ਅਜੇ ਜਾਂਚ ਜਾਰੀ ਹੈ। ਦੱਸ ਦਈਏ ਕਿ ਉਜ਼ਬੇਕਿਸਤਾਨ ਵਿੱਚ 18 ਬੱਚਿਆਂ ਦੀ ਕਥਿਤ ਤੌਰ ਤੇ ਖਾਂਸੀ ਦੀ ਦਵਾਈ ਨਾਲ ਮੌਤ ਤੋਂ ਬਾਅਦ ਨੋਇਡਾ ਦੀ ਕੰਪਨੀ ਮੈਰੀਅਨ ਬਾਇਓਟੈਕ ਸਵਾਲਾਂ ਦੇ ਘੇਰੇ ਵਿੱਚ ਹੈ। ਉਜ਼ਬੇਕਿਸਤਾਨ ਦੇ ਇਸ ਦਾਅਵੇ ਦੇ ਬਾਅਦ ਭਾਰਤ ਸਰਕਾਰ ਅਲਰਟ ਹੋ ਗਈ ਹੈ। ਕੇਂਦਰ ਵੱਲੋਂ ਉਜ਼ਬੇਕਿਸਤਾਨ ਵਿੱਚ ਬੱਚਿਆਂ ਦੀ ਮੌਤ ਨੂੰ ਇੰਡੀਅਨ ਕਫ ਸਿਰਪ ਨਾਲ ਜੋੜਨ ਦੇ ਬਾਅਦ ਰਿਪੋਰਟ ਮੰਗੀ ਹੈ। ਭਾਰਤੀ ਰਿਜ਼ਰਵ ਬੈਂਕ ਆਰਬੀਆਈ ਨੇ ਰਾਜਾਂ ਦੇ ਵੱਧਦੇ ਸਬਸਿਡੀ ਬਿੱਲ ਨੂੰ ਲੈ ਕੇ ਆਪਣੀ ਰਿਪੋਰਟ ਵਿੱਚ ਚਿੰਤਾ ਜਤਾਈ ਹੈ। ਬੈਂਕ ਦਾ ਕਹਿਣਾ ਹੈ ਕਿ ਜੇਕਰ ਸਬਸਿਡੀ ਤੇ ਹਾਲੇ ਵੀ ਲਗਾਮ ਨਹੀਂ ਲਗਾਈ ਗਈ ਤਾਂ ਦੇਸ਼ ਵਿੱਚ ਵਿਕਾਸ ਦੇ ਪਹੀਏ ਰੁਕ ਸਕਦੇ ਨੇ। ਆਰਬੀਆਈ ਨੇ ਆਪਣੀ ਵਿੱਤੀ ਸਥਿਰਤਾ ਰਿਪੋਰਟ ਦਸੰਬਰ 2022 ਵਿੱਚ ਪੇਸ਼ ਕੀਤੀ ਹੈ। ਇਸ ਵਿੱਚ ਬੈਂਕ ਨੇ ਕਿਹਾ ਕਿ ਜੇਕਰ ਰਾਜਾਂ ਦਾ ਸਬਸਿਡੀ ਬਿੱਲ ਭਵਿੱਖ ਵਿੱਚ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਉਹਨਾਂ ਕੋਲ ਵਿਕਾਸ ਦੇ ਲਈ ਪੈਸਾ ਨਹੀਂ ਬਚੇਗਾ। ਮੀਡੀਆ ਰਿਪੋਰਟ ਦੇ ਅਨੁਸਾਰ ਵਿੱਤੀ ਸਾਲ 2021 ਵਿੱਚ ਸਬਸਿਡੀ ਤੇ ਰਾਜਾਂ ਦੇ ਖਰਚੇ ਵਿੱਚ 12.9% ਤੇ 2022 ਵਿੱਚ 11% 2% ਵਾਧਾ ਹੋਇਆ। ਵਿੱਤੀ ਸਾਲ 2022 ਵਿੱਚ ਇਸ ਵਿੱਚ ਗਿਰਾਵਟ ਆਈ। ਇਸ ਰਿਪੋਰਟ ਵਿੱਚ ਕਿਹਾ ਗਿਆ ਕਿ 2019-20 ਵਿੱਚ ਰਾਜਾਂ ਦੇ ਕੁੱਲ ਰੈਵਨਿਊ ਖਰਚ ਵਿੱਚ ਸਬਸਿਡੀ ਦਾ ਹਿੱਸਾ 7.8% ਸੀ, ਜੋ 2021-22 ਵਿੱਚ ਵੱਧ ਕੇ 8.2% ਹੋ ਗਿਆ। ਆਰਬੀਆਈ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਕਈ ਰਾਜਾਂ ਵਿੱਚ ਸਬਸਿਡੀ ਵਿੱਚ ਭਾਰੀ ਵਾਧਾ ਹੋਇਆ। ਇਹ ਚਿੰਤਾ ਦਾ ਵਿਸ਼ਾ ਹੈ। 15ਵੇਂ ਵਿੱਤ ਆਯੋਗ ਦੀ ਰਿਪੋਰਟ ਵਿੱਚ ਕੁਝ ਰਾਜਾਂ ਦੇ ਰੈਵਨਿਊ ਖਰਚ ਵਿੱਚ ਸਬਸਿਡੀ ਦਾ ਹਿੱਸਾ ਵਧਣ ਤੇ ਚਿੰਤਾ ਜਤਾਈ ਹੈ। ਕਈ ਰਾਜਾਂ ਵਿੱਚ ਲੋਕਾਂ ਨੂੰ ਮੁਫਤ ਬਿਜਲੀ ਤੇ ਪਾਣੀ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕੁਝ ਰਾਜਾਂ ਵਿੱਚ ਮਾਮੂਲੀ ਕੀਮਤ ਤੇ ਰਾਸ਼ਨ ਵੰਡਿਆ ਜਾ ਰਿਹਾ ਹੈ। ਦੱਸ ਦਈਏ ਕਿ ਆਰਬੀਆਈ ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ 2022 ਦੇ ਅਨੁਸਾਰ ਭਾਰਤੀ ਅਰਥ ਵਿਵਸਥਾ ਪ੍ਰਤੀਕੂਲ ਗਲੋਬਲ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ। ਮਜ਼ਬੂਤ ਆਰਥਿਕ ਬੁਨਿਆਦ ਤੇ ਵਿੱਤੀ ਤੇ ਗੈਰ ਵਿੱਤੀ ਖੇਤਰ ਦੇ ਮਜ਼ਬੂਤ ਬਹੀ ਖਾਤੇ ਦੇ ਚਲਦਿਆਂ ਪ੍ਰਣਾਲੀ ਵਧੀਆ ਸਥਿਤੀ ਵਿੱਚ ਹੈ। ਹਾਲਾਂਕਿ ਮਹਿੰਗਾਈ ਦੀ ਦਰ ਬਹੁਤ ਜ਼ਿਆਦਾ ਹੈ। ਆਰਬੀਆਈ ਨੇ ਕਿਹਾ ਕਿ ਅਮਰੀਕੀ ਡਾਲਰ ਵਿੱਚ ਮਜ਼ਬੂਤੀ ਬਾਲ ਆਯਾਤ ਮਹਿੰਗਾ ਹੋਣ ਕਾਰਨ ਮਹਿੰਗਾਈ ਵੀ ਵਧਦੀ ਹੈ। ਇਸ ਨਾਲ ਖਾਸ ਕਰਕੇ ਉਹਨਾਂ ਚੀਜ਼ਾਂ ਦੀਆਂ ਕੀਮਤਾਂ ਵਧਦੀਆਂ ਨੇ ਜਿਨ੍ਹਾਂ ਚੀਜ਼ਾਂ ਦੀ ਆਯਾਤ ਡਾਲਰ ਵਿੱਚ ਕੀਤੀ ਜਾਂਦੀ ਹੈ। ਭਾਰਤੀ ਵਿਲੱਖਣ ਪਛਾਣ ਅਥਾਰਟੀ UIDAI ਨੇ ਨਾਗਰਿਕਾਂ ਨੂੰ ਆਧਾਰ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਬੈਂਕ ਖਾਤੇ, ਪੈਨ ਜਾਂ ਪਾਸਪੋਰਟ ਵਰਗੇ ਹੋਰ ਪਛਾਣ ਦਸਤਾਵੇਜ਼ਾਂ ਵਾਂਗ ਆਧਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਆਧਾਰ ਨੰਬਰ ਜਾਰੀ ਕਰਨ ਵਾਲੀ ਸੰਸਥਾ UIDAI ਨੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਨੂੰ ਆਪਣਾ ਆਧਾਰ ਕਾਰਡ ਜਾਂ ਇਸ ਦੀਆਂ ਕਾਪੀਆਂ ਨੂੰ ਇੱਧਰ ਉੱਧਰ ਨਹੀਂ ਛੱਡਣਾ ਚਾਹੀਦਾ। ਇਸ ਤੋਂ ਇਲਾਵਾ ਉਹਨਾਂ ਨੂੰ ਆਪਣਾ ਆਧਾਰ ਨੰਬਰ ਸੋਸ਼ਲ ਮੀਡੀਆ ਅਤੇ ਹੋਰ ਜਨਤਕ ਫੋਰਮਾਂ ਤੇ ਸਾਂਝਾ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਅਥਾਰਟੀ ਨੇ ਕਿਹਾ ਕਿ ਆਧਾਰ ਨੰਬਰ ਦੀ ਵਰਤੋਂ ਕਰਨ ਤੋਂ ਬਾਅਦ ਮੋਬਾਈਲ ਫੋਨ ਤੇ ਮਿਲਣ ਵਾਲੇ ਆਧਾਰ OTP ਦੀ ਜਾਣਕਾਰੀ ਕਿਸੇ ਵੀ ਅਣਅਧਿਕਾਰਿਤ ਵਿਅਕਤੀ ਨੂੰ ਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਉਹਨਾਂ ਨੂੰ ਆਧਾਰ ਦਾ ਪਿਨ ਨੰਬਰ ਵੀ ਦੂਜਿਆਂ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਆਪਣੀ ਸਲਾਹ ਵਿੱਚ UIDAI ਨੇ ਕਿਹਾ ਕਿ ਤੁਹਾਨੂੰ ਆਪਣੀ ਪਸੰਦ ਦੇ ਲਾਭ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਭਰੋਸੇ ਨਾਲ ਆਧਾਰ ਦੀ ਵਰਤੋਂ ਕਰਨੀ ਚਾਹੀਦੀ ਹੈ, ਪਰ ਇਸ ਦੀ ਵਰਤੋਂ ਓਨੀ ਹੀ ਸਾਵਧਾਨੀ ਨਾਲ ਕਰੋ ਜਿਵੇਂ ਤੁਸੀਂ ਬੈਂਕ ਖਾਤੇ, ਪੈਨ ਜਾਂ ਪਾਸਪੋਰਟ ਵਰਗੇ ਹੋਰ ਪਛਾਣ ਸਬੂਤਾਂ ਨਾਲ ਕਰਦੇ ਹੋ। ਅਥਾਰਟੀ ਉਹਨਾਂ ਵਸਨੀਕਾਂ ਨੂੰ ਵਰਚੁਅਲ ਆਇਡੈਂਟੀਫਾਇਰ ਬਣਾਉਣ ਦੀ ਸਹੂਲਤ ਵਿੱਚ ਪ੍ਰਦਾਨ ਕਰਦੀ ਹੈ ਜੋ ਕਿਸੇ ਨੂੰ ਆਪਣਾ ਆਧਾਰ ਨੰਬਰ ਨਹੀਂ ਦੱਸਣਾ ਚਾਹੁੰਦੇ। ਇਸ ਤੋਂ ਇਲਾਵਾ ਆਧਾਰ ਨੂੰ ਲੌਕ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ। ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਸਕਦਾ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ
SYL ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ 4 ਜਨਵਰੀ ਨੂੰ ਬੈਠਕ ਬੁਲਾਈ ਹੈ। ਇਸ ਤੋਂ ਪਹਿਲਾਂ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ 15 ਅਕਤੂਬਰ ਨੂੰ ਮਿਲ ਚੁੱਕੇ ਨੇ, ਪਰ ਦੋਵੇਂ ਹੀ ਬੇਨਤੀਜਾ ਰਹੇ। ਹੁਣ ਇਹ ਕੋਸ਼ਿਸ਼ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕਰਨਗੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਤੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ 15 ਅਕਤੂਬਰ ਨੂੰ ਹਰਿਆਣਾ ਨਿਵਾਸ ਤੇ ਮਿਲੇ ਸਨ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਸਪਸ਼ਟ ਕੀਤਾ ਸੀ ਕਿ ਸੂਬੇ ਕੋਲ ਕਿਸੇ ਵੀ ਦੂਜੇ ਸੂਬੇ ਨੂੰ ਦੇਣ ਵਾਲੇ ਇੱਕ ਬੂੰਦ ਵੀ ਪਾਣੀ ਨਹੀਂ ਹੈ। ਉਹਨਾਂ ਕਿਹਾ ਕਿ SYL ਨੂੰ ਬਣਾਉਣ ਦਾ ਮੁੱਦਾ ਉਦੋਂ ਸਾਹਮਣੇ ਆਏਗਾ ਜੇਕਰ ਪੰਜਾਬ ਕੋਲ ਦੇਣੀ ਲਈ ਪਾਣੀ ਹੋਵੇਗਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਮੁੱਦੇ ਤੇ ਇਹ ਉਹਨਾਂ ਦੀ ਆਖਰੀ ਬੈਠਕ ਸੀ। ਉਹ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਇਸ ਬਾਰੇ ਦੱਸ ਦੇਣਗੇ ਤੇ ਜੇਕਰ ਕੇਂਦਰ ਸਰਕਾਰ ਇਸ ਮੁੱਦੇ ਨੂੰ ਹੱਲ ਕਰਨ ਲਈ ਦਖਲ ਕਰਨਾ ਚਾਹੁੰਦੀ ਹੈ ਤਾਂ ਉਹ ਕਰ ਸਕਦੀ ਹੈ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਆਪਣੀ ਪਤਨੀ ਨਾਲ ਰਾਜਸਥਾਨ ਵਿੱਚ ਛੁੱਟੀਆਂ ਬਿਤਾਉਣ ਗਏ ਹੋਏ ਨੇ। ਉਹਨਾਂ ਦੇ ਸ਼ਨੀਵਾਰ ਨੂੰ ਪਰਤਣ ਦੀ ਉਮੀਦ ਹੈ। ਇਸ ਦਰਮਿਆਨ ਸੂਬਾ ਸਰਕਾਰ ਨੇ ਇਸ ਬੈਠਕ ਵਿੱਚ ਆਪਣਾ ਪੱਖ ਰੱਖਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੁਪਰੀਮ ਕੋਰਟ ਇਸ ਚੱਲ ਰਹੇ ਕੇਸ ਵਿੱਚ ਅਦਾਲਤ ਨੂੰ ਇਹ ਹੁਕਮ ਦਿੱਤਾ ਕਿ ਦੋਵੇਂ ਪੱਖ ਮਿਲ ਕੇ ਇਸ ਮੁੱਦੇ ਦਾ ਹੱਲ ਕਰਨ। ਉਹਨਾਂ ਨੇ ਕੇਂਦਰ ਸਰਕਾਰ ਨੂੰ ਵੀ ਇਸ ਵਿੱਚ ਦਖਲ ਦੇਣ ਨੂੰ ਕਿਹਾ। ਹਰਿਆਣਾ ਦਾ ਦਾਅਵਾ ਹੈ ਕਿ ਉਸ ਨੂੰ 3.5 ਮਿਲੀਅਨ ਏਕੜ ਫੁੱਟ ਪਾਣੀ ਮਿਲਣਾ ਚਾਹੀਦਾ ਹੈ। ਜੇਕਰ SYL ਨਹਿਰ ਦਾ ਨਿਰਮਾਣ ਪੂਰਾ ਹੋ ਜਾਂਦਾ ਹੈ ਤਾਂ ਇਹ ਪਾਣੀ ਉਹਨਾਂ ਨੂੰ ਮਿਲ ਸਕਦਾ ਹੈ। ਇਸ ਸਮੇਂ ਹਰਿਆਣਾ ਨੂੰ ਪਹਿਲਾਂ ਹੀ 1.62 MAF ਪਾਣੀ ਮਿਲ ਰਿਹਾ ਹੈ। ਬਾਕੀ ਪਾਣੀ SYL ਨਹਿਰ ਜ਼ਰੀਏ ਹਰਿਆਣਾ ਨੂੰ ਮਿਲਣਾ ਹੈ। ਪੰਜਾਬ ਪੁਲਿਸ ਨੇ ਨਵੇਂ ਸਾਲ ਮੌਕੇ ਸ਼ਰਾਰਤੀ ਅਨਸਰ ਵਿਰੁੱਧ ਕਮਰ ਕੱਸ ਲਈ ਹੈ ਤਾਂ ਜੋ ਉਹ ਇਸ ਜਸ਼ਨ ਨੂੰ ਵਿਗਾੜ ਨਾ ਸਕਣ। ਇਸ ਸੰਬੰਧੀ ਸਾਰੇ ਜ਼ਿਲ੍ਹਿਆਂ ਦੇ SSP ਅਤੇ CP ਨੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਨੇ। ਇਸ ਸੁਰੱਖਿਆ ਦੇ ਮੱਦੇਨਜ਼ਰ ਬਾਹਰੀ ਸਰਹੱਦ ਤੋਂ ਅੰਦਰੂਨੀ ਖੇਤਰਾਂ ਤੱਕ ਨਾਕਾਬੰਦੀ, ਚੈਕਿੰਗ, ਗਸ਼ਤ ਅਤੇ PCR ਦੀ ਆਵਾਜਾਈ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਦੱਸ ਦਈਏ ਕਿ ਪੰਜਾਬ ਦੇ DGP ਦੇ ਹੁਕਮਾਂ ਅਨੁਸਾਰ ਹੰਗਾਮਾ ਕਰਨ ਵਾਲਿਆਂ ਖਿਲਾਫ ਪੁਲਿਸ ਦੀ ਪੂਰੀ ਸਖਤੀ ਹੋਵੇਗੀ। ਇਸ ਲਈ ਪੁਲਿਸ ਅਲਕੋ ਸੈਂਸਰ ਲੈ ਕੇ ਸੜਕਾਂ ਤੇ ਖੜੇ ਨਜ਼ਰ ਆਉਣਗੇ। ਚਲਾਨ ਤੋਂ ਇਲਾਵਾ ਸੂਬਾ ਪੁਲਿਸ ਹੋਰ ਕਿਸਮ ਦੀ ਕਾਨੂੰਨੀ ਕਾਰਵਾਈ ਕਰਨ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਹਰ ਜ਼ਿਲ੍ਹੇ ਦੇ SSP CP ਨੇ ਸੁਰੱਖਿਆ ਦੇ ਮੱਦੇਨਜ਼ਰ ਅਧੀਨ SHO ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੂੰ ਅਲਰਟ ਤੇ ਰੱਖਿਆ ਲਈ ਤਿਆਰ ਕੀਤਾ ਹੈ। ਇਸ ਦੇ ਨਾਲ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਨੇ ਸਰਹੱਦੀ ਖੇਤਰਾਂ ਤੇ ਵੀ ਸਾਵਧਾਨੀ ਦੇ ਕਦਮ ਚੁੱਕੇ ਨੇ। ਜਾਣਕਾਰੀ ਅਨੁਸਾਰ ਛੋਟੇ ਵੱਡੇ ਬਾਜ਼ਾਰਾਂ ਵਿੱਚ ਵੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਸੁਰੱਖਿਆ ਲਈ ਤਿਆਰ ਹੈ। ਕਈ ਥਾਵਾਂ ਤੇ ਸੁਰੱਖਿਆ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਸੁਚੇਤ ਰਹਿਣ ਲਈ ਐਲਾਨ ਕੀਤੇ ਜਾ ਰਹੇ ਨੇ। ਐਲਕੋ ਸੈਂਸਰ ਨਾਲ ਡਰਾਈਵਰਾਂ ਦੇ ਟੈਸਟ ਤੋਂ ਇਲਾਵਾ 30 ਦਸੰਬਰ ਦੀ ਰਾਤ ਤੋਂ ਹੀ ਵਾਹਨਾਂ ਦੇ ਦਸਤਾਵੇਜ਼ਾਂ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਪੂਰੀ ਪੰਜਾਬ ਪੁਲਿਸ ਸੜਕਾਂ ਤੇ ਤਿਆਰ ਹੈ ਤਾਂ ਜੋ ਸਾਲ ਬੀਤ ਜਾਣ ਨਾਲ ਕੋਈ ਮਾੜੀ ਘਟਨਾ ਨਾ ਵਾਪਰ ਸਕੇ ਅਤੇ ਨਵੇਂ ਸਾਲ 2023 ਦਾ ਸਵਾਗਤ ਸ਼ਾਨੋ ਸ਼ੌਕਤ ਅਤੇ ਸ਼ਾਂਤੀਪੂਰਵਕ ਢੰਗ ਨਾਲ ਕੀਤਾ ਜਾ ਸਕੇ। ਹੁਣੇ ਜਿਹੇ ਵਿਦੇਸ਼ ਤੋਂ ਪਰਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਾਸਤਾਨੇ ਸ਼ਹਾਦਤ ਦੇ 1.47 ਕਰੋੜ ਰੁਪਏ ਪੁੱਤਰ ਦੇ ਵਿਆਹ ਵਿੱਚ ਐਡਜਸਟ ਕਰਨ ਦੇ ਦੋਸ਼ ਨਕਾਰੇ ਨੇ। ਉਹਨਾਂ ਕਿਹਾ ਕਿ ਉਹ ਘਰ ਦਾ ਸਾਦਾ ਖਾਣਾ ਖਾਂਦੇ ਨੇ। ਉਹਨਾਂ ਨੇ ਨਾ ਕਦੇ ਮੀਟ ਖਾਧਾ ਨਾ ਹੀ ਕਦੇ ਸ਼ਰਾਬ ਪੀਤੀ ਹੈ। ਅਜਿਹੇ ਵਿੱਚ ਉਹਨਾਂ ਦੇ ਖਾਣੇ ਦਾ ਬਿੱਲ 60 ਲੱਖ ਰੁਪਏ ਕਿਵੇਂ ਆ ਸਕਦਾ ਹੈ। ਸਾਬਕਾ CM ਚੰਨੀ ਨੇ ਕਿਹਾ ਕਿ ਉਹਨਾਂ ਖਿਲਾਫ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਰੀ ਜਾਇਦਾਦ ਤੇ ਬੈਂਕ ਖਾਤੇ ਖੰਗਾਲੇ ਜਾ ਰਹੇ ਨੇ। ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ 3 ਮਹੀਨੇ ਲਈ ਮੁੱਖ ਮੰਤਰੀ ਬਣਾਇਆ ਸੀ, ਪਰ ਪਤਾ ਨਹੀਂ ਮੈਂ ਇਸ ਦੌਰਾਨ ਕੀ ਕਰ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਬਦਲਾਖੋਰੀ ਦੀ ਨੀਤੀ ਨਾਲ ਸਾਜ਼ਿਸ਼ ਰਚ ਰਹੀ ਹੈ। ਉਹਨਾਂ ਸਪਸ਼ਟ ਕੀਤਾ ਕਿ ਉਹ ਸਾਰੇ ਦੋਸ਼ਾਂ ਤੇ ਸਾਜ਼ਿਸ਼ਾਂ ਦਾ ਸਾਹਮਣਾ ਖੁਦ ਆਪਣੇ ਪੱਧਰ ਤੇ ਕਰਨਗੇ, ਨਾ ਕਿ ਜਨਤਾ ਤੇ ਹੋਰਨਾਂ ਨੂੰ ਨਾਲ ਲੈ ਕੇ ਕਿਸੇ ਤਰ੍ਹਾਂ ਦਾ ਵਿਰੋਧ ਕਰਨਗੇ। ਦੱਸ ਦਈਏ ਕਿ ਚਮਕੌਰ ਸਾਹਿਬ ਵਿੱਚ 19 ਨਵੰਬਰ 2021 ਨੂੰ ਦਾਸਤਾਨੇ ਸ਼ਹਾਦਤ ਸਮਾਰੋਹ ਵਿੱਚ 1.47 ਕਰੋੜ ਰੁਪਏ ਦਾ ਖਰਚ ਨੂੰ 10 ਅਕਤੂਬਰ 2021 ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤ ਦੇ ਵਿਆਹ ਵਿੱਚ ਐਡਜਸਟ ਕਰਨ ਦੇ ਦੋਸ਼ ਨੇ। ਇਹ ਸ਼ਿਕਾਇਤ ਪੰਜਾਬ ਵਿਜੀਲੈਂਸ ਦੇ ਚੀਫ ਡਾਇਰੈਕਟਰ ਨੂੰ ਬਠਿੰਡਾ ਦੇ ਪਿੰਡ ਭਾਗੂ ਵਾਸੀ ਰਜਵਿੰਦਰ ਸਿੰਘ ਨੇ ਭੇਜੀ ਹੈ। ਉਹ ਸਾਰੇ ਦਸਤਾਵੇਜ਼ ਵੀ ਨਾਲ ਲਗਾਏ ਗਏ ਨੇ ਜਿਨ੍ਹਾਂ ਤੋਂ ਘਪਲਾ ਸਾਬਿਤ ਹੋਣ ਦਾ ਦਾਅਵਾ ਕੀਤਾ ਗਿਆ। ਸ਼ਿਕਾਇਤਕਰਤਾ ਰਜਵਿੰਦਰ ਸਿੰਘ ਨੇ ਦੱਸਿਆ ਕਿ ਦਾਸਤਾਨੇ ਸ਼ਹਾਦਤ ਸਮਾਰੋਹ ਟੂਰਿਜ਼ਮ ਵਿਭਾਗ ਵੱਲੋਂ ਕਰਵਾਇਆ ਗਿਆ ਸੀ। ਇਸ ਦੀ ਜ਼ਿੰਮੇਵਾਰੀ ਟੂਰਿਜ਼ਮ ਦੇ ਚੀਫ ਜਨਰਲ ਮੈਨੇਜਰ SK ਚੱਡਾ ਤੇ ਐਕਸੀਅਨ ਪ੍ਰੇਮਚੰਦ ਨੇ ਕੀਤੀ ਸੀ। ਪ੍ਰੋਗਰਾਮ ਤੇ 1.47 ਕਰੋੜ ਰੁਪਏ ਦਾ ਖਰਚ ਦਿਖਾ ਕੇ ਵੱਡਾ ਘਪਲਾ ਕੀਤਾ ਗਿਆ। ਦੋਸ਼ ਹੈ ਕਿ SK ਚੱਡਾ ਵੱਲੋਂ ਪੰਜਾਬ ਟਰਾਂਸਪੈਰੈਂਸੀ ਇਨ ਪਬਲਿਕ ਪ੍ਰੀਕਿਉਰਮੈਂਟ ਐਕਟ 2019 ਦਾ ਉਲੰਘਣ ਕੀਤਾ ਗਿਆ। 4 ਟੈਂਡਰਾਂ ਲਈ 20 ਗੁਣਾ ਵੱਧ ਰੇਟ ਤੇ ਸਿੰਗਲ ਟੈਂਡਰ ਤੋਂ ਰਿਸ਼ਵਤ ਲਈ ਗਈ। ਦੋਸ਼ ਹੈ ਕਿ SK ਚੱਡਾ ਤੇ ਪ੍ਰੇਮਚੰਦ ਵੱਲੋਂ ਸਟੇਜ ਆਦਿ ਲਈ 97 ਲੱਖ ਰੁਪਏ ਦੀ ਅਦਾਇਗੀ ਸਿੰਗਲ ਟੈਂਡਰ ਜ਼ਰੀਏ ਕੀਤੀ ਗਈ। ਦੋਵੇਂ ਅਧਿਕਾਰੀਆਂ ਨੇ ਪ੍ਰਤੀ ਵਿਅਕਤੀ ਚਾਹ ਦਾ ਕੱਪ
2000 रुपए के हिसाब नाल खर्च किया, पर चोण कमिशन वालों चाह के कप की कीमत 12 रुपए के हिसाब नाल दी गई। समागम लई सैर सपाटा विभाग वालों किए गए प्रबंध, जिस विच टेंट, भोजन, फुल्लां दी सजावट, स्टेज आदि लई 20 गुणा तो वध रेट तय किए गए। उदाहरण लई केटरिंग टेंडर विच चाह जिस दी कीमत 12 रुपए प्रति कप है, उसनूं 1000 रुपए प्रति कप दिखाया गया। दोपहर के खाने की कीमत 15 रुपए प्रति व्यक्ति नूं भी 2000 रुपए प्रति व्यक्ति दसी गई। 25 रुपए के पूरे छोलियां की प्लेट 250 रुपए की दसी गई। माझे दे कद्दावर आगू नवजोत सिंह सिद्धू ਅਤੇ बिक्रम सिंह मजीठिया के सियासी जीवन में यह साल 2022 ਵੱਡੇ उतार चढ़ाव वाला रहा। इन्हां दे जीवन में शायद यह वरा ना भुलण योग रहेगा। नवजोत सिंह सिद्धू ने अपना सियासी जीवन 2004 में भाजपा में शामिल होंदियां शुरू किया सी। उन्हां उस साल पहली बार अमृतसर लोक सभा हल्के की जिमनी चोण जित्ती सी। उस तो बाद वो 2007, 2019 और 2014 में होईयां लोक सभा चोणां में लगातार जेतू रहे। 2017 में कांग्रेस में शामिल होने मगरों उन्हां पहली बार पंजाब विधान सभा की चोण लड़ी ते वड्डे फर्क नाल जेतू रहे। वो कांग्रेस सरकार में कैबिनेट मंत्री भी रहे और बाद विच पंजाब कांग्रेस के प्रधान बने, पर इस वरे होईयां विधान सभा चोणां विच वो पहली बार चोण हारे ने। इस तो बाद उन्होंने पुराने अदालती केस विच जेल भी जाना पिया। श्रोमणी अकाली दल के बिक्रम सिंह मजीठिया लई भी साल 2022 वड्डे उतार चढ़ाव वाला रहा। श्री मजीठिया ने भी अपने सियासी जीवन में हुण तक कदे हार का मूँह नहीं सी वेख्या। दर इस वरे होईयां चोणां विच उन्होंने पहली बार अमृतसर पूर्वी विधान सभा हल्के तो हार प्राप्त हुई। उन्होंने साल 2007, 2012 और 2017 में लगातार मजीठा विधान सभा हल्के तो चोण जित्ती। उन्होंने भी अदालती केस के मामले में अदालत अगे आत्म समर्पण करना पिया। इस तरह कांग्रेस के OP सोनी लई भी इस साल इहो जिहा ही रहा। उन्होंने हुण तक विधान सभा दीयां चोणां विच कदे भी हार नहीं सी मिली। उन्होंने 1997, 2002, 2007, 2012 और 2017 में लगातार विधान सभा चोणां जित्तियां ने, पर साल 2022 में उन्होंने पहली बार विधान सभा चोणां में हार का मूँह देखना पिया। इस वेले श्री सोनी नूं भी विजिलेंस ब्यूरो की जांच का सामना करना पै रहा है। इस तरह श्रोमणी कमेटी के मंच से यह साल अहम रहा। इस विच हाकम धिर श्रोमणी अकाली दल नूं बीबी जगीर कौर के रूप दे विच अंदरूनी चुनौती का सामना करना पिया। इस साल नवंबर महीने में श्रोमणी कमेटी की सालाना चोण में जगीर कौर ने हाकम धिर श्रोमणी अकाली दल के उम्मीदवार एडवोकेट हरजिंदर सिंह धामी नूं चुनौती दी। श्रोमणी अकाली दल नूं सियासी मंच ते तां पहलां ही भी कई झटके लगे सन, पर इस बार श्रोमणी कमेटी के मंच से भी वड्डा झटका सहना पिया। सुप्रीम कोर्ट ने राजां नूं मोटर वाहनां नाल संबंधित हादसिਆਂ नाल जुड़े दावे मुआवज़िਆਂ ਦਾ मामला छेती पड़ताल करन ते इन्हां नूं निबेड़न विच मदद करन लई 3 महीनਿਆਂ ਦੇ अंदर थाणिਆਂ विच विशेष इकाइयां यूनिटां ਦੇ गठन का हुक्म दिता। सिखर लई अदालत ने कुछ हदायतां जारी करदिआं कहा कि किसी जनतक स्थान उत्ते सड़क हादसे की सूचना मिलन उत्ते संबंधित SHO मोटर वाहन सोध एक्ट की धारा 159 तहत कदम उठाएगा। इस दे तहत हादसा सूचना रिपोर्ट पुलिस वालों 3 महीनਿਆਂ ਦੇ अंदर क्लेम ट्रिब्यूनल ਨੂੰ सौंपी जानी चाहिए है। जस्टिस SA नज़ीर ते JK माहेश्वरी के बेंच ने कहा, साडे मुताबिक सूबे के गृह विभाग का मुखी और सारे राज्यां केंद्र शासित प्रदेश खेत्रों में पुलिस मुखी DGP मोटर हादसिਆਂ नाल संबंधित दावा मामलों की पड़ताल ਅਤੇ ਇਹਨਾਂ ਨੂੰ ਨਿਬੇੜਨ ਵਿੱਚ ਮਦਦ ਲਈ ਥਾਣਿਆਂ ਜਾਂ ਘੱਟੋ ਘੱਟ ਸ਼ਹਿਰ ਪੱਧਰ ਉੱਤੇ ਇੱਕ ਵਿਸ਼ੇਸ਼ ਇਕਾਈ ਦਾ ਗਠਨ ਕਰਕੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਗੇ। ਇਹ ਕਾਰਵਾਈ 3 ਮਹੀਨਿਆਂ ਵਿੱਚ ਯਕੀਨੀ ਬਣਾਈ ਜਾਵੇ। ਸਿਖਰਲੀ ਅਦਾਲਤ ਨੇ ਕਿਹਾ ਕਿ FIR ਦਰਜ ਕਰਨ ਤੋਂ ਬਾਅਦ ਜਾਂਚ ਅਧਿਕਾਰੀ ਮੋਟਰ ਵਾਹੀਕਲ ਸੋਧ ਨਿਯਮਾਂ 2022 ਮੁਤਾबिक काम करेगा तो क्लेम ट्रिब्यूनल ਨੂੰ 48 घंटिਆਂ ਦੇ अंदर हादसे बारे पहली रिपोर्ट पेश करेगा। सुप्रीम कोर्ट ने नाल ही कहा कि वाहन की रजिस्ट्रेशन, ड्राइविंग लाइसेंस, वाहन की फिटनेस, परमिट ते होर संबंधित मुद्दों की पुष्टि करन अते क्लेम ट्रिब्यूनल अगे पुलिस अधिकारी नाल तालमेल करके रिपोर्ट पेश करना रजिस्टरिंग अधिकारी का फर्ज है। बेंच ने अपने हाल ही के एक हुक्म में कहा सी कि नियमां मुताबिक फ्लो चार्ट ते होर सारे दस्तावेज जां तां स्थानक भाषा विच जां अंग्रेजी विच होणगे। जिस तरह का भी मामला होवेगा ते नियमां मुताबिक वो उपलब्ध करवाए जाणगे। ये जिक्र करदे कि जांच अधिकारी की भूमिका बहुत महत्वपूर्ण होंदी है। सिखरली अदालत ने कहा कि अधिकारी मोटर वाहन सोध एक्ट के नियमां का पालन करदियां कीती गई कार्रवाई के संबंध में पीड़ित या कानूनी प्रतिनिधि, ड्राइवर, मालक, बीमा कंपनी और होर हितधारकां नूं सूचित करेगा।
ਸੁਪਰੀਮ ਕੋਰਟ ਨੇ ਕਿਹਾ, ਜੇਕਰ ਦਾਅਵਾ ਕਰਨ ਵਾਲੇ ਜਾਂ ਮ੍ਰਿਤਕ ਦੇ ਕਾਨੂੰਨੀ ਪ੍ਰਤੀਨਿਧੀ ਨੇ ਵੱਖ-ਵੱਖ ਹਾਈ ਕੋਰਟਾਂ ਦੇ ਖੇਤਰੀ ਅਧਿਕਾਰ ਖੇਤਰਾਂ ਵਿੱਚ ਅਲੱਗ-ਅਲੱਗ ਦਾਅਵਾ ਪਟੀਸ਼ਨਰ ਦਾਇਰ ਕੀਤੀ ਹੋਵੇ ਤਾਂ ਦਾਅਵੇਦਾਰ ਕਾਨੂੰਨੀ ਪ੍ਰਤੀਨਿਧੀਆਂ ਵੱਲੋਂ ਦਾਖਲ ਕੀਤੀ ਗਈ ਪਹਿਲੀ ਦਾਅਵਾ ਪਟੀਸ਼ਨ ਨੂੰ ਬਰਕਰਾਰ ਰੱਖਿਆ ਜਾਵੇਗਾ ਤੇ ਬਾਅਦ ਦੀ ਦਾਅਵਾ ਪਟੀਸ਼ਨ ਨੂੰ ਉੱਥੇ ਹੀ ਤਬਦੀਲ ਕਰ ਦਿੱਤਾ ਜਾਵੇਗਾ ਜਿੱਥੇ ਪਹਿਲੀ ਦਾਅਵਾ ਪਟੀਸ਼ਨ ਦਾਇਰ ਕੀਤੀ ਗਈ ਹੋਵੇ। ਬੈਂਚ ਨੇ ਕਿਹਾ ਕਿ ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਦਾਅਵੇਦਾਰਾਂ ਨੂੰ ਹੋਰ ਹਾਈ ਕੋਰਟਾਂ ਦੇ ਖੇਤਰੀ ਅਧਿਕਾਰ ਖੇਤਰ ਵਿੱਚ ਦਾਇਰ ਹੋਰਨਾਂ ਦਾਅਵਾ ਪਟੀਸ਼ਨਾਂ ਦੇ ਤਬਾਦਲੇ ਲਈ ਇਸ ਅਦਾਲਤ ਸੁਪਰੀਮ ਕੋਰਟ ਵਿੱਚ ਅਰਜ਼ੀ ਦੇਣ ਦੀ ਲੋੜ ਨਹੀਂ ਹੈ। ਸਿਖਰਲੀ ਅਦਾਲਤ ਦਾ ਹੁਕਮ ਅਲਾਹਾਬਾਦ ਹਾਈ ਕੋਰਟ ਵੱਲੋਂ ਪਾਸ ਇੱਕ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਆਇਆ ਹੈ, ਜਿਸ ਨੇ ਮੋਟਰ ਹਾਦਸਾ ਕਲੇਮ ਟ੍ਰਿਬਿਊਨਲ ਵੱਲੋਂ ਦਿੱਤੇ ਗਏ ਆਦੇਸ਼ ਖਿਲਾਫ ਦਾਇਰ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਟ੍ਰਿਬਿਊਨਲ ਨੇ ਦਾਅਵਾ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਸੜਕ ਹਾਦਸੇ ਵਿੱਚ ਮਾਰੇ ਗਏ 24 ਸਾਲਾ ਵਿਅਕਤੀ ਦੇ ਕਾਨੂੰਨੀ ਪ੍ਰਤੀਨਿਧੀਆਂ ਦੇ ਹੱਕ ਵਿੱਚ 31,90,000 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਪਾਸ ਕੀਤਾ ਸੀ। ਹਾਦਸੇ ਵਿੱਚ ਮਾਰੇ ਗਏ ਵਿਅਕਤੀ ਨੂੰ ਯੂਪੀ ਦੇ ਇੱਕ ਪਿੰਡ ਕੋਲ ਬਾਈਪਾਸ ਰੋਡ ਤੇ ਬੱਸ ਨੂੰ ਉਸ ਵੇਲੇ ਟੱਕਰ ਮਾਰ ਦਿੱਤੀ ਸੀ ਜਦੋਂ ਫੈਕਟਰੀ ਤੋਂ ਘਰ ਆ ਰਿਹਾ ਸੀ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਤੇ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ ਸੀ। ਭਾਰਤ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਅੱਜ ਇੱਥੇ ਕਿਹਾ ਕਿ ਦੇਸ਼ ਭਰ ਵਿੱਚ 63 ਲੱਖ ਤੋਂ ਵੱਧ ਕੇਸ ਵਕੀਲਾਂ ਦੀ ਘਾਟ ਕਾਰਨ ਅਤੇ 14 ਲੱਖ ਤੋਂ ਵੱਧ ਕੇਸ ਦਸਤਾਵੇਜ਼ਾਂ ਜਾਂ ਰਿਕਾਰਡ ਦੀ ਉਡੀਕ ਕਾਰਨ ਲਟਕ ਰਹੇ ਨੇ। ਆਂਧਰਾ ਪ੍ਰਦੇਸ਼ ਜੁਡੀਸ਼ੀਅਲ ਅਕੈਡਮੀ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਸਟਿਸ ਚੰਦਰਚੂੜ ਨੇ ਕਿਹਾ ਕਿ ਲੋਕਾਂ ਨੂੰ ਜ਼ਿਲ੍ਹਾ ਅਦਾਲਤਾਂ ਦੀ ਅਹਿਮੀਅਤ ਨੂੰ ਘਟਾ ਕੇ ਦੇਖਣ ਦੀ ਬਸਤੀਵਾਦੀ ਮਾਨਸਿਕਤਾ ਤੋਂ ਬਾਹਰ ਆਉਣਾ ਚਾਹੀਦਾ ਹੈ, ਕਿਉਂਕਿ ਜ਼ਿਲ੍ਹਾ ਅਦਾਲਤ ਨਾ ਸਿਰਫ ਨਿਆਂਪਾਲਿਕਾ ਦੀ ਰੀੜ੍ਹ ਦੀ ਹੱਡੀ ਨੇ ਬਲਕਿ ਕਈ ਲੋਕਾਂ ਲਈ ਨਿਆਂਇਕ ਸੰਸਥਾ ਦੇ ਰੂਪ ਦੇ ਵਿੱਚ ਪਹਿਲਾ ਪੜਾਅ ਵੀ ਨੇ। ਉਹਨਾਂ ਕਿਹਾ ਕਿ ਜ਼ਮਾਨਤ ਅਪਰਾਧਕ ਨਿਆਂ ਪ੍ਰਣਾਲੀ ਦੇ ਮੁੱਢਲੇ ਨਿਯਮਾਂ ਚੋਂ ਇੱਕ ਹੈ, ਨਾ ਕਿ ਜੇਲ੍ਹ। ਜਸਟਿਸ ਚੰਦਰਚੂੜ ਨੇ ਕਿਹਾ ਕਿ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਵਿਚਾਰ ਅਧੀਨ ਕੈਦੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜੋ ਵੱਖਰੀ ਸਥਿਤੀ ਨੂੰ ਦਰਸਾਉਂਦੀ ਹੈ। ਉਹਨਾਂ ਕਿਹਾ ਕਿ ਕੌਮੀ ਨਿਆਇਕ ਅੰਕੜਾ ਗਾਰਿਡ NJDG ਅਨੁਸਾਰ 14 ਲੱਖ ਤੋਂ ਵੱਧ ਕੇਸ ਕਿਸੇ ਤਰ੍ਹਾਂ ਦੇ ਰਿਕਾਰਡ ਜਾਂ ਦਸਤਾਵੇਜ਼ ਦੀ ਉਡੀਕ ਵਿੱਚ ਲਟਕ ਰਹੇ ਨੇ ਜੋ ਅਦਾਲਤ ਦੇ ਕੰਟਰੋਲ ਤੋਂ ਬਾਹਰ ਨੇ। ਉਹਨਾਂ ਕਿਹਾ ਇਸੇ ਤਰ੍ਹਾਂ NJDG ਦੇ ਅੰਕੜਿਆਂ ਅਨੁਸਾਰ 63 ਲੱਖ ਤੋਂ ਵੱਧ ਕੇਸ ਵਕੀਲਾਂ ਦੀ ਘਾਟ ਕਾਰਨ ਪੈਂਡਿੰਗ ਮੰਨੇ ਜਾਂਦੇ ਨੇ। ਸਾਨੂੰ ਇਹ ਯਕੀਨੀ ਬਣਾਉਣ ਲਈ ਕਿ ਸਾਡੀਆਂ ਅਦਾਲਤਾਂ ਵੱਧ ਤੋਂ ਵੱਧ ਸਮਰੱਥਾ ਨਾਲ ਕੰਮ ਕਰਨ, ਅਸਲ ਵਿੱਚ ਬਾਰ ਦੀ ਹਿਮਾਇਤ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਅੰਕੜਾ ਬਹੁਤ ਜ਼ਿਆਦਾ ਜਾਂ ਘੱਟ ਹੋ ਸਕਦਾ ਹੈ ਕਿਉਂਕਿ ਅਜੇ ਸਾਰੀਆਂ ਅਦਾਲਤਾਂ ਤੋਂ ਅੰਕੜੇ ਹਾਸਿਲ ਹੋਣੇ ਬਾਕੀ ਨੇ। ਜ਼ਿਲ੍ਹਾ ਅਦਾਲਤਾਂ ਬਾਰੇ ਉਹਨਾਂ ਕਿਹਾ ਕਿ CRPC ਦੀ ਧਾਰਾ 438 ਜ਼ਮਾਨਤ ਅਤੇ ਧਾਰਾ 439 ਜ਼ਮਾਨਤ ਰੱਦ ਕਰਨਾ ਅਰਥਹੀਣ, ਮਕੈਨੀਕਲ ਤੇ ਸਿਰਫ ਕਾਰਵਾਈ ਲਈ ਹੀ ਨਹੀਂ ਹੋਣੀ ਚਾਹੀਦੀ ਜੋ ਜ਼ਿਲ੍ਹਾ ਨਿਆਂਪਾਲਿਕਾ ਵਿੱਚ ਜ਼ਮੀਨੀ ਪੱਧਰ ਤੇ ਮੰਨਿਆ ਜਾਂਦਾ ਹੈ। ਸਕਾਟਲੈਂਡ ਦੇ ਗਲਾਸਗੋ ਸ਼ਹਿਰ ਵਿੱਚ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਭਾਰਤੀ ਫੌਜੀਆਂ ਲਈ ਯਾਦਗਾਰ ਬਣੇਗਾ। ਇਸ ਵਿੱਚ ਦੋਵੇਂ ਵਿਸ਼ਵ ਯੁੱਧਾਂ ਵਿੱਚ ਬ੍ਰਿਟੇਨ ਵੱਲੋਂ ਲੜੇ 40,000 ਤੋਂ ਵੱਧ ਭਾਰਤੀ ਫੌਜੀਆਂ ਦੇ ਯੋਗਦਾਨ ਨੂੰ ਦਰਸਾਇਆ ਜਾਵੇਗਾ। ਗਲਾਸਗੋ ਦੀ ਲੋਕਲ ਕੌਂਸਲ ਨੇ ਮੈਮੋਰੀਅਲ ਬਣਾਉਣ ਦੇ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗਲਾਸਗੋ ਸਿਟੀ ਕੌਂਸਲ ਹੁਣ ਮੈਮੋਰੀਅਲ ਦਾ ਡਿਜ਼ਾਈਨ ਫਾਈਨਲ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਇਹ ਵਾਰ ਮੈਮੋਰੀਅਲ ਕਲੇਵੀਅਨ ਗਰੋਵ ਨਾਂ ਦੀ ਇੱਕ ਆਰਟ ਗੈਲਰੀ ਦੇ ਮਿਊਜ਼ੀਅਮ ਕੋਲ ਬਣੇਗਾ। ਇਸ ਫੈਸਲੇ ਨਾਲ ਯੂਕੇ ਵਿੱਚ ਰਹਿਣ ਵਾਲੇ ਭਾਰਤੀਆਂ ਵਿੱਚ ਉਤਸ਼ਾਹ ਹੈ। ਲੰਬੇ ਸਮੇਂ ਬਾਅਦ ਯੂਕੇ ਤੇ ਸਕਾਟਲੈਂਡ ਉਹਨਾਂ ਭਾਰਤੀ ਫੌਜੀਆਂ ਦੀ ਯਾਦਗਾਰ ਤਿਆਰ ਕਰਨ ਜਾ ਰਿਹਾ ਹੈ ਜਿਨ੍ਹਾਂ ਨੇ ਦੋਵੇਂ ਵਿਸ਼ਵ ਯੁੱਧ ਲੜੇ ਸਨ ਤੇ 40,000 ਤੋਂ ਵੱਧ ਭਾਰਤੀ ਫੌਜੀਆਂ ਨੇ ਸ਼ਹਾਦਤ ਦਿੱਤੀ ਸੀ। ਯੂਕੇ ਦੇ ਸਾਂਸਦ ਤਨਮਨਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਇੱਕ ਵੱਡਾ ਇਤਿਹਾਸਿਕ ਪਲ ਹੈ। ਗਲਾਸਗੋ ਸਿਟੀ ਕੌਂਸਲ ਨੇ ਹੁਣੇ ਜਿਹੇ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਕੈਲਿਨ ਵਨ ਗਰੋਵ ਆਰਟ ਗੈਲਰੀ ਤੇ ਮਿਊਜ਼ੀਅਮ ਕੋਲ ਨਿਰਮਿਤ ਕੀਤੇ ਜਾਣ ਵਾਲੇ ਇਸ ਸਮਾਰਕ ਦੇ ਡਿਜ਼ਾਈਨ ਨੂੰ ਅੰਤਿਮ ਰੂਪ ਦੇਣ ਦਾ ਰਸਤਾ ਸਾਫ਼ ਹੋ ਗਿਆ। ਇਹ ਯਾਦਗਾਰ ਉਹਨਾਂ ਲੱਖਾਂ ਭਾਰਤੀ ਸੈਨਿਕਾਂ ਦੀ ਯਾਦ ਵਿੱਚ ਬਣਾਇਆ ਜਾਵੇਗਾ ਜਿਨ੍ਹਾਂ ਨੇ ਦੋਵੇਂ ਵਿਸ਼ਵ ਯੁੱਧਾਂ ਵਿੱਚ ਬ੍ਰਿਟਿਸ਼ ਫੌਜੀਆਂ ਨਾਲ ਮਿਲ ਕੇ ਲੜਾਈ ਲੜੀ ਸੀ। ਗਲਾਸਗੋ ਦੇ ਰਹਿਣ ਵਾਲੇ ਨਰਿੰਦਰ ਸਿੰਘ ਤੂਰ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਸਕਾਟਲੈਂਡ ਵਿੱਚ ਰਹਿ ਰਹੇ ਨੇ ਤੇ ਸਰਕਾਰ ਦੇ ਇਸ ਕਦਮ ਨਾਲ ਉਹਨਾਂ ਨੂੰ ਘੱਟ ਤੋਂ ਘੱਟ ਆਪਣੀਆਂ ਯਾਦਾਂ ਨਾਲ ਜੁੜਨ ਦਾ ਮੌਕਾ ਮਿਲੇਗਾ ਤੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇਗਾ ਕਿ ਭਾਰਤੀ ਫੌਜ ਦੀ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵਿੱਚ ਕੀ ਹਿੱਸੇਦਾਰੀ ਰਹੀ ਹੈ। ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਅੱਜ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਜਾਰੀ ਹੈ। ਬਠਿੰਡਾ ਪੰਜਾਬ ਦਾ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਘੱਟੋ ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਵੀ ਰਾਤ ਦਾ ਤਾਪਮਾਨ 4.3 ਡਿਗਰੀ ਰਿਕਾਰਡ ਕੀਤਾ ਗਿਆ ਜਦੋਂ ਕਿ ਗੁਰਦਾਸਪੁਰ, ਮੁਕਤਸਰ ਅਤੇ ਨਵਾਂ ਸ਼ਹਿਰ ਵਿੱਚ ਘੱਟੋ ਘੱਟ ਤਾਪਮਾਨ ਕ੍ਰਮਵਾਰ 5.4 ਡਿਗਰੀ, 4.7 ਡਿਗਰੀ ਅਤੇ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਠਾਨਕੋਟ ਵਿੱਚ ਘੱਟੋ ਘੱਟ ਤਾਪਮਾਨ 5.4 ਡਿਗਰੀ, ਮੋਹਾਲੀ ਵਿੱਚ 8.8 ਡਿਗਰੀ, ਜਲੰਧਰ ਵਿੱਚ 6.3 ਡਿਗਰੀ ਅਤੇ ਲੁਧਿਆਣਾ ਵਿੱਚ ਘੱਟੋ ਘੱਟ ਤਾਪਮਾਨ
8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਟਿਆਲਾ ਦਾ ਘੱਟ ਤੋਂ ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਰਿਹਾ। ਦੋਵੇਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 7.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਵਿੱਚ ਸਿਰਸਾ ਵਿੱਚ 6.6 ਡਿਗਰੀ, ਕਰਨਾਲ ਵਿੱਚ 8.4 ਡਿਗਰੀ, ਅੰਬਾਲਾ ਵਿੱਚ 8.9 ਡਿਗਰੀ, ਕੈਥਲ ਵਿੱਚ 7.9 ਡਿਗਰੀ, ਫਤਿਆਬਾਦ ਵਿੱਚ ਘੱਟੋ ਘੱਟ ਤਾਪਮਾਨ 8.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।